Hello friends, welcome to Pahadi Boy Classes. उत्तर पंजाब केसरी लाला लाजपत राय जीवनी लेखगी हीरा सिंह दर्द ਦੀ ਰਚਨਾ ਹੈ। ਲੇਖਕ ਕਹਿੰਦਾ ਹੈ ਕਿ ਲਾਲਾ ਲਾਜਪਤ ਰਾਏ ਸੱਚਮੁੱਚ ਹੀ ਪੰਜਾਬ ਦੇ ਸ਼ੇਰ ਸਨ। ਆਪ ਰਾਜਸੀ ਨੇਤਾ ਹੋਣ ਦੇ ਨਾਲ ਵੱਡੇ ਦਾਨੀ ਅਤੇ ਸਮਾਜ ਸੁਧਾਰਕ ਵੀ ਸਨ, ਜਿਸ ਕਰਕੇ ਆਪ ਹਰਮਨ ਪਿਆਰੇ ਸਨ। ਵਿਦੇਸ਼ਾਂ ਵਿੱਚ ਆਪ ਦੇ ਲੇਖਾਂ ਅਤੇ ਲੈਕਚਰਾਂ ਦੀ ਧੁੰਮ ਪੈ ਗਈ। 20ਵੀਂ ਸਦੀ ਦੇ ਪੰਜਾਬ ਵਿੱਚ ਆਪ ਨੇ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ। ਆਪ ਦਾ ਜਨਮ 28 ਜਨਵਰੀ 1865 ਨੂੰ ਲਾਲਾ ਰਾਧਾ ਕ੍ਰਿਸ਼ਨ ਦੇ ਘਰ ਜਗਰਾਓਂ ਦੇ ਕੋਲ ਪਿੰਡ ਢੁੱਡੀਕੇ ਵਿੱਚ ਹੋਇਆ। ਆਪ ਦੇ ਪਿਤਾ ਜੀ ਸਕੂਲਾਂ ਦੇ ਇੰਸਪੈਕਟਰ ਸਨ। ਆਪ ਕੁਝ ਸਮਾਂ ਘਰ ਵਿੱਚ ਹੀ ਪੜ੍ਹਦੇ ਰਹੇ। 1880 ਵਿੱਚ ਆਪ ਨੇ 10ਵੀਂ ਪਾਸ ਕੀਤੀ। ਆਪ ਬੜੇ ਮਿਹਨਤੀ, ਉਤਸ਼ਾਹੀ ਤੇ ਨਿਰਭੈ ਸਨ। F.A. ਪਾਸ ਕਰਨ ਮਗਰੋਂ ਆਪ ਮੁਖਤਾਰੀ ਪਾਸ ਕਰਕੇ ਜਗਰਾਓਂ ਵਿੱਚ ਮੁਖਤਾਰ ਲੱਗ ਗਏ ਤੇ ਫਿਰ ਹਿਸਾਰ ਚਲੇ ਗਏ ਅਤੇ ਪਲੀਡਰੀ ਦਾ ਡਿਪਲੋਮਾ ਕਰਕੇ ਵਕਾਲਤ ਸ਼ੁਰੂ ਕਰ ਦਿੱਤੀ। ਉਸ ਸਮੇਂ ਪੰਜਾਬ ਵਿੱਚ ਸਵਾਮੀ ਦਇਆਨੰਦ ਨੇ ਆਰੀਆ ਸਮਾਜ ਲਹਿਰ ਚਲਾਈ ਹੋਈ ਸੀ, ਜਿਸ ਤੋਂ ਆਪ ਬਹੁਤ ਪ੍ਰਭਾਵਿਤ ਹੋਏ ਅਤੇ ਅਛੂਤ ਉਦਾਰ ਤੇ ਵਿੱਦਿਆ ਦੇ ਪ੍ਰਚਾਰ ਲਈ ਕੰਮ ਕਰਨ ਲੱਗੇ। 1876 ਵਿੱਚ ਆਪ ਨੇ ਲਾਹੌਰ ਵਿੱਚ ਵਕਾਲਤ ਸ਼ੁਰੂ ਕੀਤੀ। ਉੱਥੇ ਉੱਗੇ ਆਰੀਆ ਸਮਾਜੀ ਤੋਂ ਸੁਧਾਰਕ ਮਹਾਤਮਾ ਹੰਸ ਰਾਜ ਨਾਲ ਮੁਲਾਕਾਤ ਤੋਂ ਮਗਰੋਂ ਆਪ ਦੇ ਮਨ ਵਿੱਚ ਸਮਾਜ ਸੁਧਾਰ ਤੇ ਦਿੰਦਿਆਂ ਦੇ ਪ੍ਰਚਾਰ ਦਾ ਸ਼ੱਕ ਹੋਰ ਵੀ ਵੱਧ ਗਿਆ। ਆਪ ਗੁਜ਼ਾਰੇ ਜੋਗੀ ਤਨਖਾਹ ਲੈ ਕੇ D.A.V. ਕਾਲਜ ਵਿੱਚ ਪੜ੍ਹਾਉਣ ਲੱਗੇ। 1901 ਵਿੱਚ ਆਪ ਨੇ ਪੰਜਾਬ ਸਿੱਖਿਆ ਸਮਿਤੀ ਬਣਾ ਕੇ ਹਾਈ ਤੇ ਪ੍ਰਾਇਮਰੀ ਸਕੂਲ ਖੋਲ੍ਹਣ ਦੀ ਲਹਿਰ ਚਲਾ ਦਿੱਤੀ। ਆਪ ਦੇ ਦਿਲ ਵਿੱਚ ਦੁਖੀਆਂ ਲਈ ਦਰਦ ਤੇ ਸੇਵਾ ਭਾਵ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਜਿੱਥੇ ਕੋਈ ਬਿਪਤਾ ਖੜੀ ਹੁੰਦੀ, ਆਪ ਤੁਰੰਤ ਉੱਥੇ ਪਹੁੰਚਦੇ ਤੇ ਮੁਸ਼ਕਿਲ ਸਮੇਂ ਯੂਪੀ ਕਾਰ ਤੋਂ ਇਲਾਵਾ 1905 ਵਿੱਚ ਕਾਂਗੜੇ ਦੇ ਭੁਚਾਲ ਸਮੇਂ ਇੱਕ ਸੇਵਕ ਜਥਾ ਬਣਾ ਕੇ ਮੈਂ ਬਹੁਤ ਮਦਦ ਕੀਤੀ। 1888 ਵਿੱਚ ਕਾਂਗਰਸ ਦੇ ਅਹਿਮਦਾਬਾਦ ਵਿੱਚ ਹੋਏ ਸਮਾਗਮ ਵਿੱਚ ਆਪ ਪਹਿਲੀ ਵਾਰੀ ਲਾਲ ਹੋਏ ਤੇ ਪਲੇਦਾਰ ਭਾਸ਼ਣ ਦੇ ਕੇ ਵਾਹ-ਵਾਹ ਖੱਟੀ। ਇਸ ਪਿੱਛੋਂ ਉਹ ਰਾਜਸੀ ਕਰਜ਼ਾ ਵਿੱਚ ਹਿੱਸਾ ਲੈਣ ਲੱਗੇ ਤੇ ਫਿਰ ਥੋੜੇ ਸਮੇਂ ਪਿੱਛੋਂ ਹੀ ਉਹ ਸਰਬ ਹਿੰਦ ਕਾਂਗਰਸ ਵਿੱਚ ਵੰਡ ਦੇ ਪ੍ਰਤੀਨਿਧ ਸਨ ਜਾਣ ਲੱਗੇ। ਦਿਨ ਵਿੱਚ ਆਪ ਨੂੰ ਕਾਂਗਰਸ ਦੁਆਰਾ ਇੰਗਲੈਂਡ ਭੇਜੇ ਜਾਣ ਵਾਲੇ ਡਿਟੇਸ਼ਨ ਵਿੱਚ ਮੂਲ ਕੀਤਾ ਗਿਆ। ਆਪ ਉਸ ਜਾ ਕੇ ਬਰਤਾਨਵੀ ਆਗੂਆਂ ਨੂੰ ਮਿਲੇ, ਅਖਬਾਰਾਂ ਵਿੱਚ ਲੇਖ ਲਿਖੇ ਅਤੇ ਜਲਸਿਆਨ ਵਿੱਚ ਭਾਸ਼ਣ ਦਿੱਤੇ, ਜਿਸ ਨਾਲ ਆਪ ਦੀ ਵਿਦਵਤਾ ਤੇ ਲਿਖਣ ਪੈਣ ਦੀ ਸ਼ਕਤੀ ਦਾ ਸਿੱਕਾ ਜੰਮ ਗਿਆ। ਇਸ ਪਿੱਛੇ ਵਿਦੇਸ਼ ਜਾਣ ਵਾਲੇ ਹਰ ਉਪਦੇਸ਼ਨ ਜਿੰਦ ਉਨ੍ਹਾਂ ਨੂੰ ਸ਼ਾਮਿਲ ਕੀਤਾ ਜਾਂਦਾ ਰਿਹਾ। 1915 ਈਸਵੀ ਬੰਗਾਲ ਵੰਡ ਪਿੱਛੇ ਸੁਦੇਸ਼ੀ ਪ੍ਰਚਾਰ ਤੋਂ ਵਿਦੇਸ਼ੀ ਬਾਈਕਾਟ ਦਾ ਅੰਦੋਲਨ ਜੋੜ ਰਾੜਾ ਗਿਆ। ਪੰਜਾਬ ਵਿੱਚ ਇਸ ਦੇ ਆਗੂ ਲਾਲਾ ਲਾਜਪਤ ਰਾਏ ਸਨ। 1907 ਵਿੱਚ 12ਵੀਂ ਕਿਸਾਨੀ ਅੰਦੋਲਨ ਵੀ ਆਰੰਭ ਹੋ ਗਿਆ। ਲਾਲਾ ਲਾਜਪਤ ਰਾਏ ਤੇ ਸੱਸਾ ਅਜੀਤ ਸਿੰਘ ਇਸ ਦੇ ਆਗੂ ਸਨ। ਹਕੂਮਤ ਨੰਨਾ ਅੰਦੋਲਨਾਂ ਦਾ ਜ਼ੋਰ ਵੱਧਦਾ ਦੇਖ ਕੇ ਉਨ੍ਹਾਂ ਨੂੰ ਜਲਾਵਤਨ ਕਰਤੇ ਮਜਲੇ ਬਰਮਾ ਭੇਜ ਦਿੱਤਾ। ਇਸ ਸਮੇਂ ਲਾਲ ਪਾਲ ਤੇ ਬਾਲ ਸ਼ਬਦ ਲੋਕਾਂ ਦੇ ਮੂੰਹ ਕੁੱਝ ਗਏ ਸਨ। ਇਹ ਸ਼ਬਦ ਗਰਮ ਧੜੇ ਦੇ ਲੀਡਰਾਂ ਲਾਲਾ ਲਾਜਪਤ ਰਾਏ, ਬਿਪਨ ਚੰਦਰ ਤੇ ਬਾਲ ਗੰਗਾਧਰ ਤਿਲਕ ਨਾਲ ਸੰਬੰਧਿਤ ਸਨ। 1907 ਵਿੱਚ ਕਾਂਗਰਸ ਦਾ ਸਾਲਾਨਾ ਸਮਾਗਮ ਸੂਰਤ ਵਿੱਚ ਹੋਇਆ ਤੇ ਕਾਂਗਰਸ ਵਿੱਚ ਦੋ ਧੜਿਆਂ ਦੀ ਟੱਕਰ ਜ਼ੋਰਾਂ ਤੇ ਸੀ। ਲਾਲਾ ਜੀ ਦਾ ਨਾਂ ਕਾਂਗਰਸ ਦੀ ਪ੍ਰਧਾਨਗੀ ਲਈ ਪੇਸ਼ ਕੀਤਾ ਗਿਆ, ਪਰ ਵਿਰੋਧੀ ਧਿਰ ਦੇ ਪ੍ਰਵਾਨ ਨਾ ਕਰਨ ਤੇ ਭਗਤਾ ਇੰਨਾ ਵੱਧ ਗਿਆ ਕਿ ਕਾਂਗਰਸ ਦੇ ਦੋ ਟੁਕੜੇ ਹੋ ਗਏ। ਗਰਮ ਧੜੇ ਦਾ ਮੁਖੀ ਤਿਲਕ ਸੀ ਤੇ ਨਾਲ ਲਾਲਾ ਜੀ ਉਸ ਦੇ ਸਾਥੀ ਸਨ। ਹਕੂਮਤ ਨੇ ਗਰਮ ਧੜੇ ਉੱਤੇ ਸਖਤੀ ਕਰਦਿਆਂ ਤਿਲਕ ਨੂੰ 6 ਸਾਲ ਲਈ ਕੈਦ ਤੁਰ ਕੇ ਮਾਂਡਲੇ ਭੇਜ ਦਿੱਤਾ। ਲਾਲਾ ਲਾਜਪਤ ਰਾਏ, ਲਾਲਾ ਹਰਦਿਆਲ ਅਤੇ ਸੱਸਾ ਅਜੀਤ ਸਿੰਘ ਨੂੰ ਦੇਸ਼ ਨਿਕਾਲਾ ਮਿਲ ਗਿਆ। 1914 ਵਿੱਚ ਸੰਸਾਰ ਜੰਗ ਸ਼ੁਰੂ ਹੋਣ ਸਮੇਂ ਲਾਲਾ ਜੀ ਇੰਗਲੈਂਡ ਸਨ। ਦੇਸ਼ ਪਰਤਣ ਦੀ ਆਗਿਆ ਨਾ ਮਿਲਣ ਤੇ ਆਪ ਅਮਰੀਕਾ ਚਲੇ ਗਏ। ਅਮਰੀਕਾ ਵਿੱਚ ਉਨੀ ਦਿਨੀ ਭਾਰਤ ਦੀ ਆਜ਼ਾਦੀ ਲਈ ਗਦਰ ਪਾਰਟੀ ਬਣੀ ਹੋਈ ਸੀ। ਸਾਨ ਫਰਾਂਸਿਸਕੋ ਵਿੱਚ ਉਸ ਵੱਲੋਂ ਯੁਗਾਂਤਰ ਆਸ਼ਰਮ ਖੋਲ੍ਹ ਕੇ ਗਦਰ ਜਾਂ ਅਖਬਾਰ ਛਾਪ ਕੇ ਦੇਸ਼ ਵਿੱਚ ਭੇਜਿਆ ਜਾ ਰਿਹਾ ਸੀ।
ਹਿੰਦੁਸਤਾਨੀਆਂ ਨੇ ਇਸ ਦਾ ਬਹੁਤ ਸਵਾਗਤ ਕੀਤਾ ਤੇ ਦਿਲ ਖੋਲ ਕੇ ਚੰਦਾ ਦਿੱਤਾ। ਇੱਥੇ ਆਪਨੇ ਇੰਡੀਅਨ ਹੈਮ ਰਲ ਲੀਗ ਦੀ ਸੰਸਥਾ ਬਣਾ ਕੇ ਇੰਡੀਅਨ ਇਨਫਰਮੇਸ਼ਨ ਬਿਊਰੋ ਕਾਇਮ ਕੀਤਾ ਤੇ ਹਿੰਦੁਸਤਾਨ ਦੇ ਰਾਜਸੀ ਹਾਲਾਤਾਂ ਸੰਬੰਧੀ ਭਾਸ਼ਣ ਦੇਣੇ ਤੇ ਲੇਖ ਤੇ ਲੇਖਾਂ ਤੇ ਵਿਖਿਆਨਾਂ ਦੀ ਧਾਕ ਪੈ ਗਈ, ਜਿਸ ਤੋਂ ਬਰਤਾਨਵੀ ਹਾਕਮ ਘਬਰਾ ਗਏ ਤੇ ਲਿਖਣੇ ਆਰੰਭ ਕੀਤੇ। ਆਪਨੇ ਜੰਗ ਇੰਡੀਆ ਨਾਂ ਦਾ ਪੱਤਰ ਦੀ ਜਾਰੀ ਕੀਤਾ। ਆਪ ਸੁਰ ਰਹੇ ਸਨ ਕਿ ਉਹਨਾਂ ਲਾਲਾ ਜੀ ਨੂੰ ਜਲਾਵਤਨ ਕਰਕੇ ਅਮਰੀਕਾ ਕਿਉਂ ਜਾਣ ਦਿੱਤਾ। ਆਪਨੇ ਕਈ ਪੁਸਤਕਾਂ ਲਿਖੀਆਂ। 1912 ਤੋਂ 13 ਵਿੱਚ ਮਹਾਤਮਾ ਗਾਂਧੀ ਨੇ ਦੱਖਣੀ ਅੰਨ ਵਿੱਚ ਸਤਿਆਗ੍ਰਹਿ ਸ਼ੁਰੂ ਕੀਤਾ। ਆਪਨੇ ਉਹਨਾਂ ਦੀ ਕਲਮ ਨਾਲ ਸਹਾਇਤਾ ਕਰ ਨਾਲ 30 ਤੋਂ 40 ਹਜ਼ਾਰ ਰੁਪਏ ਇੱਕ ਕਰਕੇ ਵੀ ਭੇਜੋ। ਪਹਿਲਾ ਸੰਸਾਰ ਯੁੱਧ ਅੰਗਰੇਜ਼ਾਂ ਦੀ ਜਿੱਤ ਨਾਲ ਖਤਮ ਹੋ ਗਿਆ। ਅੰਗਰੇਜ਼ਾਂ ਨੂੰ ਸੁਧਾਰਾਂ ਦੇ ਨਾਲ ਹਿੰਦੀਆਂ ਦੀਆਂ ਅੱਖਾਂ ਪੂੰਝਣ ਦਾ ਯਤਨ ਕੀਤਾ। ਕਈ ਰਾਜਸੀ ਕੈਦੀ ਹੈ ਕਰ ਦਿੱਤੇ ਤੇ ਲਾਲਾ ਜੀ ਨੂੰ ਦੇਸ਼ ਪਰਤਣ ਦੀ ਆਗਿਆ ਮਿਲ ਗਈ। ਫਲਸਰੂਪ ਆਪ ਦਰਿਆਂ ਦੀ ਜਲਾਵਤਨੀ ਮਗਰੋਂ 1920 ਵਿੱਚ ਦੇਸ਼ ਪਰਤ ਆਏ। ਸਤੰਬਰ 1920 ਵਿੱਚ ਕਲਕੱਤੇ ਵਿਖੇ ਹੋਏ ਕਾਂਗਰਸ ਦੇ ਸਮਾਗਮ ਦੇ ਪ੍ਰਧਾਨ ਲਾਲਾ ਦੇ ਬਣੇ। ਇਸ ਵਿੱਚ ਮਹਾਤਮਾ ਗਾਂਧੀ ਵੱਲੋਂ ਨਾ ਮਿਲਵਰਤਨ ਸਤਿਆਗ੍ਰਹਿ ਦੀਆਂ ਤਜਵੀਜ਼ ਉੱਪਰ ਚਰਚਾ ਚੱਲ ਰਹੀ ਸੀ। ਲਾਲਾ ਜੀ ਦੇ ਮਹਾਤਮਾ ਗਾਂਧੀ ਨਾਲ ਮਤਭੇਦ ਸਨ ਤੇ ਉਹ ਰਾਜਸੀ ਢੰਗਾਂ ਨਾਲ ਸੁਤੰਤਰਤਾ ਪ੍ਰਾਪਤੀ ਦੇ ਹਾਮੀ ਸਨ ਤੇ ਸਤਿਆਗ੍ਰਹਿ ਵਿੱਚ ਪੂਰਾ ਵਿਸ਼ਵਾਸ ਨਹੀਂ ਸਨ ਰੱਖਦੇ, ਪਰ ਨਾ ਮਿਲਵਰਤਨ ਦਾ ਮਤਾ ਬਹੁ ਸੰਮਤੀ ਨਾਲ ਪਾਸ ਹੋ ਗਿਆ। ਨਾਗਪੁਰ ਦੇ ਵਾਰਥਿਕ ਸੈਸ਼ਨ ਵਿੱਚ ਗਾਂਧੀ ਜੀ ਦਾ ਮਤਾ ਪਾਸ ਹੋ ਗਿਆ ਤੇ ਦੇਸ਼ ਵਿੱਚ ਨਾ ਮਿਲਵਰਤਨ ਦੇ ਮੋਰਚੇ ਭੁੱਖ ਪਏ। ਲਾਲਾ ਜੀ ਨੇ ਵੀ ਕਾਂਗਰਸ ਦੇ ਫੈਸਲੇ ਨੂੰ ਪ੍ਰਵਾਨ ਕਰਕੇ ਪੰਜਾਬ ਵਿੱਚ ਇਸ ਉੱਤੇ ਅਮਲ ਸ਼ੁਰੂ ਕਰ ਦਿੱਤਾ। ਆਪਨੇ ਬੰਦੇ ਮਾਤਮ ਦਾ ਉਹਦੂ ਤੇ ਪੀਪਲਾ ਨਾਂ ਦਾ ਅੰਗਰੇਜ਼ੀ ਹਫ਼ਤਾਵਾਰੀ ਜਾਰੀ ਕੀਤਾ ਤੇ ਆਪ ਦੇ ਧੜੱਲੇਦਾਰ ਪ੍ਰਚਾਰ ਨਾਲ ਪੰਜਾਬ ਵਿੱਚ ਨਾ ਮਿਲਵਰਤਨ ਲਹਿਰ ਨੇ ਜ਼ੋਰ ਫੜ ਲਿਆ। ਹਜ਼ਾਰਾਂ ਵਿਦਿਆਰਥੀ ਕਾਲਜ ਤੇ ਸਕੂਲ ਛੱਡ ਕੇ ਬਾਹਰ ਆ ਗਏ। ਉਹਨਾਂ ਲਈ ਕੌਮੀ ਸਕੂਲ ਤੇ ਲਾਹੌਰ ਵਿੱਚ ਕੌਮੀ ਕਾਲਜ ਖੋਲ੍ਹਿਆ ਗਿਆ। ਬਹੁਤ ਸਾਰੇ ਵਿਦਿਆਰਥੀ ਜੇਲ੍ਹਾਂ ਵਿੱਚ ਗਏ। ਆਪਨੇ ਰਾਜਸੀ ਅੰਦੋਲਨ ਦੇ ਨਾਲ ਨਵਾਯੁਵਕਾਂ ਨੂੰ ਉਸਾਰੂ ਕੰਮਾਂ ਵਿੱਚ ਲਾਉਣ ਲਈ ਤਿਲਕ ਸਕੂਲ ਆਫ ਪੋਲਿਟਿਕਸ ਖੋਲ੍ਹਿਆ। ਫਿਰ ਲੋਕ ਸੇਵਕ ਮੰਡਲ ਨਾਂ ਦੀ ਸੰਸਥਾ ਕਾਇਮ ਕੀਤੀ, ਜਿਸ ਵਿੱਚ ਗੁਜ਼ਾਰੇ ਜੋਗੀ ਤਨਖਾਹ ਦੇ ਕੇ ਜੀਵਨ ਸੇਵਕ ਭਰਤੀ ਕੀਤੇ ਗਏ। ਛੇਤੀ ਹੀ ਲਾਲਾ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ, ਪਰ ਬਿਮਾਰ ਪੈਣ ਕਾਰਨ ਆਪ ਨੂੰ ਅਗਸਤ 1923 ਵਿੱਚ ਰਿਹਾ ਕਰ ਦਿੱਤਾ ਗਿਆ। ਨਾ ਮਿਲਵਰਤਨ ਲਹਿਰ ਤੇ ਸਤਿਆਗ੍ਰਹਿ ਨੇ ਲੋਕਾਂ ਵਿੱਚ ਜਾਗ੍ਰਿਤੀ ਤਾਂ ਬਹੁਤ ਪੈਦਾ ਕੀਤੀ, ਪਰੰਤੂ ਇਹ ਸਫਲ ਨਾ ਹੋਈ। ਮਹਾਤਮਾ ਗਾਂਧੀ ਦੇ ਆਸ਼ੇ ਅਨੁਸਾਰ ਇਸ ਸਾਲ ਵਿੱਚ ਸਵਰਾਜ ਪ੍ਰਾਪਤ ਨਾ ਹੋ ਸਕਿਆ। ਗਾਂਧੀ ਜੀ ਵੱਲੋਂ ਲਹਿਰ ਮੁਲਤਵੀ ਕਰਨ ਤੇ ਪ੍ਰਤੀਕਰਮ ਸ਼ੁਰੂ ਹੋ ਗਿਆ। ਪੰਡਿਤ ਮੋਤੀ ਲਾਲ ਤੇ ਸੀ.ਆਰ. ਦਾਸ ਨੇ ਸਵਰਾਜ ਪਾਰਟੀ ਬਣਾ ਕੇ ਤੇ ਕੌਂਸਲਾਂ ਵਿੱਚ ਜਾ ਕੇ ਅੰਦੋਲਨ ਕਰਨ ਦਾ ਪ੍ਰੋਗਰਾਮ ਬਣਾਇਆ। ਲਾਲਾ ਜੀ ਦੀ ਪਹਿਲਾਂ ਇਸ ਪਾਰਟੀ ਵਿੱਚ ਸ਼ਾਮਿਲ ਹੋ ਕੇ ਲੈਜਿਸਲੇਟਿਵ ਅਸੈਂਬਲੀ ਦੇ ਮੈਂਬਰ ਬਣ ਗਏ, ਪਰ 1925 ਵਿੱਚ ਉਹਨਾਂ ਸਵਰਾਜ ਪਾਰਟੀ ਤੋਂ ਵੱਖ ਹੋ ਕੇ ਪੰਡਿਤ ਮਦਨ ਮੋਹਨ ਮਾਲਵੀਆ ਨਾਲ ਮਿਲ ਕੇ ਨੈਸ਼ਨਲਿਸਟ ਪਾਰਟੀ ਬਣਾ ਲਈ। ਖੋਜ ਵਿੱਚ ਫਿਰਕਾਪ੍ਰਸਤੀ ਵੱਧ ਰਹੀ ਸੀ। ਆਪ ਦੀ ਕਾਂਗਰਸ ਛੱਡ ਕੇ 1928 ਵਿੱਚ ਕਲਕੱਤਾ ਹਿੰਦੂ ਮਹਾਸਭਾ ਦੇ ਪ੍ਰਧਾਨ ਬਣ ਗਏ। ਫਿਰ ਆਪ ਨੇ ਇਟਾਵਾ ਵਿੱਚ ਯੂਪੀ ਹਿੰਦੂ ਕਾਨਫਰੰਸ ਦੀ ਪ੍ਰਧਾਨਗੀ ਕੀਤੀ। ਆਪ ਕਾਂਗਰਸ ਦੀ ਨੀਤੀ ਨੂੰ ਮੁਸਲਮਾਨਾਂ ਦੇ ਸੰਬੰਧ ਵਿੱਚ ਕਮਜ਼ੋਰ ਸਮਝਦੇ ਸਨ। ਆਪ ਦੀ ਰਾਜਨੀਤੀ ਹਿੰਦੂ ਮਹਾਸਭਾ ਨਾਲ ਜਾਂ ਹੋਲੀ ਪਰ ਸਮਾਜ ਸੁਧਾਰਕ ਕੰਮ ਕਰਦਿਆਂ ਆਪ ਨੂੰ ਲਾਹੌਰ ਵਿੱਚ ਦਵਾਰਕਾ ਦਾਸ ਲਾਇਬ੍ਰੇਰੀ ਦੀ ਨੀਂਹ ਰੱਖੀ, ਜੋ ਅੱਜ-ਕੱਲ੍ਹ ਸਿਮਲੇ ਵਿੱਚ ਹੈ। ਤਪਦਿਕ ਦੇ ਬਿਮਾਰਾਂ ਲਈ ਆਪ ਨੇ ਲਾਹੌਰ ਵਿੱਚ ਆਪਣੀ ਮਾਤਾ ਦੇ ਨਾਂ ਨਾਲ ਗੁਲਾਬ ਦੇਵੀ ਹਸਪਤਾਲ ਖੋਲ੍ਹਿਆ, ਜੋ ਅੱਜ-ਕੱਲ੍ਹ ਜਲੰਧਰ ਵਿੱਚ ਹੈ। ਇਸੇ ਤਰ੍ਹਾਂ ਆਪ ਅਛੂਤ ਤੇ ਦਲਿਤ ਉਧਾਰ ਲਈ ਵੀ ਕੰਮ ਕਰਦੇ ਰਹੇ। ਆਪ ਦੇ ਮਨ ਵਿੱਚ ਭਾਰਤ ਮਾਤਾ ਦਾ ਪਿਆਰ ਤੇ ਸੁਤੰਤਰਤਾ ਦਾ ਜਜ਼ਬਾ ਘੁੱਟ-ਘੱਟ ਕੇ ਭਰਿਆ ਹੋਇਆ ਸੀ। ਇਸੇ ਕਰਕੇ 1928 ਵਿੱਚ ਜਦੋਂ ਬਰਤਾਨੀਆ ਸਰਕਾਰ ਨੇ ਹਿੰਦੀ ਆਗੂਆਂ ਦੀਆਂ ਖਾਹਿਸ਼ਾਂ ਨੂੰ ਅਣਟ ਕਰਕੇ ਸਾਈਮਨ ਕਮਿਸ਼ਨ ਭੇਜਿਆ ਤਾਂ ਆਪ ਨੇ ਇਸ ਦਾ ਸਖਤ ਵਿਰੋਧ ਕੀਤਾ। ਕਾਂਗਰਸ ਨੇ ਇਸ ਦੇ ਬਾਈਕਾਟ ਦਾ ਫੈਸਲਾ ਕੀਤਾ। ਸਾਈਮਨ ਜਿੱਥੇ ਵੀ ਜਾਂਦਾ ਉੱਥੇ ਉਸ ਦਾ ਕਾਲੀਆਂ ਝੰਡੀਆਂ ਨਾਲ ਸਵਾਗਤ ਕਰਦਿਆਂ ਤਾਰਾਚਿੰਨ ਸਾਈਮਨ ਹੀ ਬੈਂਕਾਂ ਦੇ ਨਾਅਰੇ ਲਾਏ ਜਾਂਦੇ।
30 ਅਕਤੂਬਰ ਨੂੰ ਸਾਈਮਨ ਕਮਿਸ਼ਨ ਲਾਹੌਰ ਆਇਆ। ਲਾਲਾ ਲਾਜਪਤ ਰਾਏ ਇਸ ਦਾ ਵਿਰੋਧ ਕਰਨ ਲਈ ਨਿੱਤਰ ਪਏ। ਸਰਕਾਰ ਨੂੰ ਦਵਾ 144 ਲਾ ਦਿੱਤੀ, ਪਰੰਤੂ ਹਜ਼ਾਰਾਂ ਲੋਕ ਲਾਲਾ ਜੀ ਤੇ ਬਾਬਾ ਖੜਕ ਸਿੰਘ ਦੀ ਅਗਵਾਈ ਹੇਠ ਲਾਹੌਰ ਸਟੇਸ਼ਨ ਉੱਤੇ ਇਕੱਠੇ ਹੋ ਗਏ। ਪੁਲਿਸ ਨੇ ਅੰਨ੍ਹੇਵਾਹ ਲਾਠੀਆਂ ਦਵਾਈਆਂ। ਇੱਕ ਹੰਕਾਰੀ ਪੁਲਿਸ ਅਫਸਰ ਨੇ ਕਰੋਧ ਵਿੱਚ ਆ ਕੇ ਲਾਲਾ ਜੀ ਨੂੰ ਲਾਠੀਆਂ ਮਾਰੀਆਂ। ਉਸ ਸ਼ਾਮ ਉਹ ਤਰੇ ਜਲਸੇ ਵਿੱਚ ਫੱਟੜ ਖੇਹ ਵਾਂਗ ਗਰਜਦੇ ਬੋਲੇ, ਮੇਰੇ ਸਰੀਰ ਉੱਪਰ ਲੱਗਾ ਲਾਠੀ ਦਾ ਇੱਕ ਵਾਰ ਬ੍ਰਿਟਿਸ਼ ਸਾਮਰਾਜ ਦੇ ਕਰਨ ਵਿੱਚ ਇੱਕ ਕਿਲ ਸਾਬਤ ਹੋਵੇਗਾ। ਲਾਲਾ ਜੀ ਬਿਰਧ ਅਵਸਥਾ ਕਾਰਨ ਇਹ ਚੇਟਾ ਸਹਾਰ ਨਾ ਸਕੇ ਤੋਂ 17 ਨਵੰਬਰ 1928 ਨੂੰ ਸਵਰਗਵਾਸ ਹੋ ਗਏ। ਲੋਕਾਂ ਨੇ ਇਸ ਦਾ ਬਹੁਤ ਸੋਗ ਮਨਾਇਆ। ਸੱਸਾ ਭਗਤ ਸਿੰਘ ਨੇ ਇਸ ਨੂੰ ਕੌਮੀ ਹੱਤਕ ਸਮਝਿਆ ਤੇ ਇਸ ਦਾ ਬਦਲਾ ਲੈਂਦਿਆਂ ਆਪਣੀ ਜਾਨ ਕੁਰਬਾਨ ਕਰ ਦਿੱਤੀ।